ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਹਉ ਕਿਆ ਸਲਾਹੀ ਕਿਰਮ ਜਨਤਾ, ਵੱਡੀ ਤੇਰੀ ਵਡਿਆਈ। ਤੂੰ ਅਗੰਮ ਦਿਆਲ ਅਗੰਮ ਹੈ, ਆਪ ਲਹਿ ਮਿਲਾਈ। ਮੈਂ ਤੁਝ ਬਿਨ ਬੇਲੀ ਕੋ ਨਹੀਂ, ਤੂੰ ਅੰਤ ਸਖਾਈ। ਜੋ ਤੇਰੀ ਸ਼ਰਨਾਗਤੀ, ਤਿਨ ਲਹਿ ਛਡਾਈ। ਨਾਨਕ ਵੇ ਪਰਵਾਉ ਹੈ, ਤਿਸ ਤਿਲ ਨਾਮ ਤੁਮਾਈ। ਨਾਨਕ ਵੇ ਪਰਵਾਉ ਹੈ, ਤਿਸ ਤਿਲ ਨਾਮ ਤੁਮਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲਿਓ, ਚੱਲ ਰਹੀ ਲੜੀਵਾਰ ਕਥਾ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਪਰਮੇਸ਼ਰ ਦੇ ਨਾਮ ਦੀ ਬੇਅੰਤ ਮਹਿਮਾ ਹੈ। ਜਪਜੀ ਸਾਹਿਬ ਦੇ ਔਰ ਸਾਰੀ ਗੁਰਬਾਣੀ ਦੇ ਅੰਦਰ, ਉਹਦੇ 'ਚ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਅਧਿਆਪਕ ਨਾਲ ਸ਼ਬਦ ਲੈ ਕੇ ਚੱਲ ਰਹੇ ਸੀ ਕਿ ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ। ਪਰਮੇਸ਼ਰ ਦਾ ਨਾਮ ਇੱਕ ਵੱਡੀ ਸ਼ਕਤੀ ਹੈ। ਅਗਰ ਉਸ ਦੇ ਨਾਲ ਮਿਲਣ ਹੋ ਜਾਂਦਾ ਹੈ ਤਾਂ ਫਿਰ ਉਹ ਸਹਾਈ ਹੋ ਜਾਂਦਾ ਹੈ। ਪਰਮੇਸ਼ਰ ਦਾ ਨਾਮ ਐਸੋ ਸਹਾਈ ਹਰ ਕੋ ਨਾਮ। ਪਿਛਲੀ ਵਿਚਾਰ ਦੇ ਅੰਦਰ ਆਪਾਂ ਇੱਕ ਗੁਰੂ ਅਰਜਨ ਦੇਵ ਜੀ ਦਾ ਬਚਨ ਸਾਂਝਾ ਕੀਤਾ ਸੀ ਕਿ ਭਗਤ ਕਬੀਰ ਸਾਹਿਬ ਨੇ ਵੀ ਕਿਹਾ ਸੀ ਕਿ ਤੂੰ ਪਿੰਜਰ ਹਉ ਸੂਟਾ ਤੂਰ, ਚਮ ਮਜ਼ਾਰ ਕਹਾਂ ਕਰੇ ਮੋਰ। ਸੂਆ ਪਿੰਜਰ ਨਹੀਂ ਖਾਏ ਬਲਾਸ। ਗੁਰੂ ਅਰਜਨ ਦੇਵ ਨੇ ਇਸ ਤਰ੍ਹਾਂ ਦਾ ਵੀ ਬਚਨ ਕੀਤਾ ਸੀ। ਸੂਆ ਪਿੰਜਰ ਨਹੀਂ ਖਾਏ ਬਲਾਸ। ਸੂਆ ਕਹਿੰਦੇ ਨੇ ਤੋਤੇ ਨੂੰ। ਪਿੰਜਰੇ ਦੇ ਅੰਦਰ ਬੈਠਾ ਹੋਇਆ ਤੋਤਾ, ਉਹਨੂੰ ਕੋਈ ਕਿਸੇ ਬਾਜ ਦਾ ਡਰ ਨਹੀਂ ਆ, ਬਿੱਲੀ ਦਾ ਡਰ ਨਹੀਂ ਹੈ, ਉਹ ਸੁਰੱਖਿਅਤ ਹੈ। ਇਸੇ ਤਰ੍ਹਾਂ ਪਰਮੇਸ਼ਰ ਦਾ ਨਾਮ ਵੀ ਹੈ ਨਾ, ਉਹ ਇੱਕ ਪਿੰਜਰੇ ਦੀ ਨਿਆਈ ਆ, ਅਤੇ ਉੱਥੇ ਕੋਈ ਡਰ ਨਹੀਂ ਹੈ। ਕਬੀਰ ਸਾਹਿਬ ਨੇ ਕਿਹਾ ਨਾ, ਮੈਂ ਨਾ ਡਰੋ ਨਾਵਰ ਡਰਾਓ। ਉਹ ਇਹੀ ਚੀਜ਼ ਆ ਕਿ ਉਹਦੇ ਵਿੱਚ ਬੰਦਾ ਬੈਠਾ ਹੋਇਆ ਡਰਦਾ ਨਹੀਂ ਹੈ। ਅਤੇ ਵੱਡੀ ਗੱਲ ਇਹ ਹੈ ਕਿ ਉਹ ਡਰਾਉਂਦਾ ਵੀ ਨਹੀਂ ਗਾ। ਜਿਸ ਕੋਲੋਂ ਸਿਆਣੇ ਬੰਦੇ ਕਹਿੰਦੇ ਜਿਹਦੇ ਕੋਲ ਡਰ ਲੱਗੇ ਨਾ, ਉਹ ਸੰਤ ਨਹੀਂ ਹੈ। ਜਿਹੜਾ ਕਿਸੇ ਨੂੰ ਡਰਾਵੇ ਉਹ ਵੀ ਸੰਤ ਨਹੀਂ ਹੈ। ਜਿਹੜਾ ਕਿਸੇ ਨੂੰ ਡਰਾ ਰਿਹਾ, ਇਸ ਦਾ ਮਤਲਬ ਉਹਦੇ ਕੋਲ ਚੀਜ਼ ਹੈਗੀ, ਤਾਂ ਹੀ ਲੋਕਾਂ ਨੂੰ ਦੇ ਰਿਹਾ ਨਾ। ਉਹ ਤਾਂ ਹੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਕਿ ਭੈ ਕਾਹੂ ਕੋ ਦੇਤ ਨਹੀਂ। ਜਿਹੜੀ ਮੇਰੇ ਕੋਲ ਚੀਜ਼ ਹੀ ਨਹੀਂ ਹੈ, ਉਹ ਮੈਂ ਦੂਸਰੇ ਨੂੰ ਕਿਵੇਂ ਦੇ ਦੂੰਗਾ। ਅਗਰ ਮੈਂ ਕਿਸੇ ਨੂੰ ਡਰ ਦੇ ਰਿਹਾ ਵਾਂ, ਇਸ ਦਾ ਮਤਲਬ ਮੇਰੇ ਕੋਲ ਬਹੁਤ ਵੱਡਾ ਡਰ ਵਾ ਕੋਈ। ਪੈ ਕਾਹੂ ਕੋ ਦੇਤ ਨੇ, ਨੈ ਪੈ ਮਾਨ ਧਿਆਨ, ਕਹੋ ਨਾਨਕ ਸੁੰਦਰੇ ਮਨਾ, ਗਿਆਨੀ ਤਾਹੇ ਬਖਾਨ। ਪਰ ਅੱਜ ਦੀ ਸਾਡੀ ਇਹ ਸਿੱਖ ਕੌਮ ਗੁਰਬਾਣੀ ਦੇ ਗਿਆਨ ਤੋਂ ਹੀਣਿਆ ਹੋ ਚੁੱਕੀ ਹੈ।
ਤੇ ਹੋਰ ਰਾਹ ਤੁਰੇ ਪਈ ਫਿਰਦੀ ਹੈ। ਰੱਬ ਖੈਰ ਕਰੇ। ਅੱਜ ਦਾ ਜਿਹੜਾ ਬਚਨ ਸੀ ਉਹ ਪਹਿਲਾ ਬਚਨ ਸੀ ਕਿ ਸੂਆ ਪਿੰਜਰ ਨਹੀਂ ਖਾਏ ਬਿਲਾਸ। ਅੱਜ ਗੁਰੂ ਅਰਜਨ ਦੇਵ ਜੀ ਇੱਕ ਹੋਰ ਉਦਾਹਰਨ ਦਿੰਦੇ ਨੇ। ਜੈਸੋ ਆਂਡੋ ਹਿਰਦੇ ਮਾਹੇ, ਜੈਸੋ ਦਾਨੋ ਚੱਕੀ ਦੁਰਾਹੇ। ਅੱਜ ਦੀ ਜਿਹੜੀ ਉਦਾਹਰਨ ਦਿੱਤੀ ਹੈ ਗੁਰੂ ਅਰਜਨ ਦੇਵ ਜੀ ਨੇ ਕਿ ਜੈਸੋ ਆਂਡੋ, ਆਂਡੋ ਮਾਣੇ ਆਂਡੇ, ਹਿਰਦੇ ਮਾਹੇ। ਹੁਣ ਨਾ ਤਾਂ ਉਸ ਪੰਛੀ ਦਾ ਨਾਂ ਲਿਖਿਆ ਹੈ ਅਤੇ ਵੀ ਕਿਹਦੇ ਹਿਰਦੇ ਵਿੱਚ ਆਂਡਿਆਂ ਦਾ ਖਿਆਲ ਰਹਿੰਦਾ ਹੈ। ਜਿਹੜੀ ਕੂੰਜ ਵਾ ਨਾ ਉਹਦਾ ਨਾਂ ਨਹੀਂ ਇੱਥੇ ਗੁਰੂ ਅਰਜਨ ਦੇਵ ਨੇ ਲਿਖਿਆ, ਪਰ ਜਿਗਰ ਕੂੰਜ ਦਾ ਹੀ ਆ ਕਿ ਜੈਸੋ ਆਂਡੋ ਹਿਰਦੇ ਮਾਹੇ, ਕਿ ਕੂੰਜ ਜਿਹੜੀ ਆ ਉਹ ਆਪਣੇ ਆਂਡਿਆਂ ਨੂੰ ਦੇ ਕੇ, ਜਾਂ ਇਸ 'ਤੇ ਇਹ ਵੀ ਅਰਥ ਬਣ ਸਕਦਾ ਹੈ ਕਿ ਜਿਹੜਾ ਕੰਮੂ ਕੁਛ ਕੰਮ ਜਿਹੜਾ ਉਹ ਛੱਪੜ 'ਚ ਰਹਿਣ ਵਾਲਾ ਹੁੰਦਾ ਹੈ, ਕੰਮੂ ਕੁਛਾ ਜਿਹਾ, ਕਛੂ ਕੁਮਾ ਜਿਹਾ, ਕਈ ਇਹਦਾ ਵੀ ਅਰਥ ਇਹ ਕਰਦੇ ਨਹੀਂ, ਪਰ ਇੱਥੇ ਕੂੰਜ ਦਾ ਹੀ ਲੱਗਦਾ ਹੈ ਕਿ ਕੂੰਜ ਜਿਹੜੀ ਆ ਬੜੀ ਦੂਰ ਬੱਚਿਆਂ ਨੂੰ ਵੀ ਛੱਡ ਆਉਂਦੀ ਆ, ਆਪਣੇ ਆਂਡੇ ਵੀ ਛੱਡ ਆਉਂਦੀ ਆ, ਅਤੇ ਹਜ਼ਾਰਾਂ ਮੀਲਾਂ ਦੀ ਦੂਰੀ 'ਤੇ ਆਣ ਕੇ ਉਹ ਬੈਠ ਜਾਂਦੀ ਆ। ਊਡੇ ਊਡੇ ਆਵੇ ਸਹਿ ਕੋਸਾਂ, ਤਿਸ ਪਾਛੇ ਬਚਰੇ ਸ਼ਰਿਆ, ਤਿਨ ਕਵਣ ਖਿਲਾਵੇ। ਹੁਣ ਮਾਂ ਦਾ ਫਰਜ਼ ਹੈ ਬੱਚਿਆਂ ਨੂੰ ਖਵਾਉਣਾ, ਹੁਣ ਮਾਂ ਹੀ ਕੋਲ ਨਹੀਂ ਹੈ। ਤਿਨ ਕਵਣ ਖਿਲਾਵੇ, ਕਵਣ ਉਹਨੂੰ ਕੌਣ ਖਿਡਾਉਂਦੀ ਹੈ ਅਤੇ ਕੌਣ ਚਗਾਵੇ। ਨਾ ਉਹ ਆਪਣੀ ਮਾਂ ਦੇ ਨਾਲ ਖੇਡਦੇ ਨੇ, ਨਾ ਆਪਣੀ ਮਾਂ ਦੇ ਨਾਲ ਉਹ ਮਾਂ ਦੇ ਕੋਲੋਂ ਦਾਣੇ ਚੁਗਦੇ ਨੇ, ਅਤੇ ਉਹਨਾਂ ਦੀ ਫਿਰ ਪਾਲਣਾ ਕੌਣ ਕਰਦਾ ਹੈ। ਤਿਸ ਪਾਛੇ ਬਚਰੇ ਸ਼ਰਿਆ, ਊਡੇ ਊਡੇ ਆਵੇ ਸਹਿ ਕੋਸ਼ਾਂ। ਮਨ ਮੇ ਸਿਮਰਨ ਕਰਿਆ। ਵੇਖੋ ਉਹਦੀ ਸਿਮਰਨ ਸ਼ਕਤੀ ਕਿੱਡੀ ਮਹਾਨ ਆ। ਸਾਰਿਆਂ ਜਾਨਵਰਾਂ ਨਾਲੋਂ ਕੂੰਜ ਦੀ ਸ਼ਕਤੀ ਅਤੇ ਕੂੰਜ ਦੀ ਉਡਾਰੀ ਬੜੀ ਵੱਡੀ ਮੰਨੀ ਗਈ ਹੈ। ਜਿਸ ਤਰ੍ਹਾਂ ਹੰਸ ਦੀ ਉਡਾਰੀ ਵੱਡੀ ਮੰਨੀ ਗਈ ਆ, ਪਰ ਹੰਸ ਦੀ ਉਡਾਰੀ ਨਾਲੋਂ ਵੀ ਕੂੰਜ ਦੀ ਉਡਾਰੀ ਲੰਮੀ ਮੰਨੀ ਗਈ ਆ, ਔਰ ਕੂੰਜ ਦੀ ਯਾਦ ਸ਼ਕਤੀ ਵੀ ਬੜੀ ਲੰਮੀ ਮੰਨੀ ਗਈ ਆ। ਬੜੀ ਦੂਰ ਤੱਕ ਇਹ ਅਸਰ ਕਰਦੀ ਹੈ ਕੂੰਜ ਦੀ ਯਾਦ ਜਿਹੜੀ। ਸਾਹਿਬ ਕਹਿੰਦੇ ਤਿਸ ਪਾਛੇ ਤਿਨ ਕੌਣ ਖਿਲਾਵੇ, ਕੌਣ ਚਗਾਵੇ। ਮਨ ਮੈਂ ਸਿਮਰਨ, ਸਿਮਰਨ ਮਾਣੇ ਯਾਦ, ਸਿਮਰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਸ ਤਰ੍ਹਾਂ ਵੀ ਇਹਨੂੰ ਕਈ ਲੋਕ ਸਿਮਰਨ ਹੀ ਮੰਨਦੇ ਨੇ, ਪਰ ਸਿਮਰਨ ਦਾ ਮਤਲਬ ਸਿਮਰਤੀ ਦੇ ਵਿੱਚ ਬੰਦੇ ਦੀ ਸੁਰਤੀ ਦੇ ਅੰਦਰ ਜਿਹੜੀ ਯਾਦ ਹੋਵੇ ਉਸ ਨੂੰ ਸਿਮਰਨ ਕਿਹਾ ਜਾਂਦਾ ਹੈ। ਇੱਕ ਹੁੰਦਾ ਹੈ ਪਾਠ ਕਰਨਾ, ਇੱਕ ਹੁੰਦਾ ਜਾਪ ਕਰਨਾ, ਇੱਕ ਹੁੰਦਾ ਯਾਦ ਕਰਨਾ। ਉਸ ਯਾਦ ਨੂੰ ਹੀ ਸਿਮਰਨ ਕਹਿੰਦੇ ਨੇ। ਤਾਂ ਮਹਾਰਾਜ ਕਹਿੰਦੇ ਆ ਕਿ ਜੈਸੋ ਆਂਡੋ ਹਿਰਦੇ ਮਾਹੇ, ਕਿ ਕੂੰਜ ਜਿਹੜੀ ਆ ਸੈਂਕੜੇ ਕੋਹਾਂ 'ਤੇ ਆਪਣੇ ਆਂਡੇ ਦੇ ਆਉਂਦੀ ਆ, ਬੱਚੇ ਛੱਡ ਆਉਂਦੀ ਆ, ਪਰ ਵੇਖੋ ਉਹ ਆਪਣੇ ਸਿਮਰਨ ਦੀ ਸ਼ਕਤੀ ਦੁਆਰਾ ਹਜ਼ਾਰਾਂ ਕੋਹਾਂ ਤੋਂ ਆਪਣੇ ਬੱਚੇ ਪਾਲਦੀ ਆ। ਜਿਸ ਤਰ੍ਹਾਂ ਗੁਰੂ ਰਾਮਦਾਸ ਦੇ ਦਰ 'ਤੇ ਇੱਕ ਮਾਈ ਸੇਵਾ ਕਰਨ ਆਉਂਦੀ ਸੀ ਕਾਬਲ ਕੰਧਾਰ ਤੋਂ, ਉਹ ਆਪਣਾ ਬੱਚਾ ਪੰਘੂੜੇ 'ਚ ਪਾ ਆਉਂਦੀ ਸੀ ਉੱਥੇ, ਅਤੇ ਇੱਥੇ ਆ ਜਾਂਦੀ ਸੀ। ਐਡੀ ਦੂਰੋਂ ਸ਼ਕਤੀ ਨਹੀਂ ਆ ਜਾਂਦੀ ਹੋਊਗੀ, ਫਿਰ ਤੁਰ ਕੇ ਤੇ ਆਉਣਾ ਮੁਸ਼ਕਿਲ ਵਾ। ਅਤੇ ਉਹ ਬੱਚਾ ਜਦੋਂ ਪੰਘੂੜੇ 'ਚ ਰੋਂਦਾ ਸੀ ਅਤੇ ਇੱਥੇ ਮਾਈ ਉਹ ਜਿਹੜੀ ਸੀ ਉਹ ਟੋਕਰੀ ਹਿਲਾ ਦਿੰਦੀ ਸੀ ਅਤੇ ਉੱਥੇ ਪੰਘੂੜਾ ਹਿੱਲ ਜਾਂਦਾ ਸੀ। ਇਹਨੂੰ ਕਹਿੰਦੇ ਨੇ ਜੁੜੀਆਂ ਹੋਈਆਂ ਯਾਦ ਸ਼ਕਤੀ, ਜੁੜੀ ਹੋਈ ਯਾਦ ਸ਼ਕਤੀ, ਜੁੜੀ ਹੋਈ ਲਿਵ ਤਾਰ। ਅਤੇ ਸਾਡੀ ਕਿਉਂ ਨਹੀਂ ਜੁੜਦੀ ਫਿਰ? ਨਹੀਂ, ਸਾਡੀ ਵੀ ਜੁੜੀ ਹੋਈ ਆ, ਸੰਸਾਰ ਨਾਲ ਜੁੜੀ ਹੋਈ ਆ, ਪਰਿਵਾਰ ਨਾਲ ਜੁੜੀ ਹੋਈ ਆ, ਧੀਆਂ ਪੁੱਤਰਾਂ ਨਾਲ ਜੁੜੀ ਹੋਈ ਆ।
ਅੱਜ ਦਾ ਜਿਹੜਾ ਵਾਕ ਸੀ ਨਾ ਸ਼੍ਰੀ ਦਰਬਾਰ ਸਾਹਿਬ ਦਾ, ਸੂਹੀ ਮਹੱਲਾ ਪਹਿਲਾ, ਕੌਣ ਤਰਾਜੀ ਕਵਣ ਤੁਲਾ, ਤੇਰੀ ਕੌਣ ਸੇਵ ਸਰਾਪ ਕਮਾਵਾਂ। ਉਹਦੀ ਜਿਹੜੀ ਆਖਰੀ ਤੁਕ ਸੀ ਨਾ ਕਿ ਅੰਧਲਾ ਨੀਚ ਜਾਤ ਪਰਦੇਸੀ, ਖਿਨ ਆਵੈ ਤਿਲ ਜਾਵੈ, ਤਾਂ ਕੀ ਸੰਗਤ ਨਾਨਕ ਰਹਿੰਦਾ, ਕਿਉਂ ਕਰ ਮੂੜਾ ਪਾਵੈ। ਇੱਥੇ ਸਾਡੇ ਮਨ ਦੀ ਉਹ ਅਵਸਥਾ ਬਿਆਨ ਕੀਤੀ ਹੈ ਜਿਹੜੀ ਰੱਬੀ ਜਾਤ ਤੋਂ ਵਿਰਵਿਆਂ ਹੋ ਕੇ ਹੁੰਦੀ ਹੈ। ਅੰਧਲਾ ਨੀਚ, ਇਹ ਮਨ ਜਿਹੜਾ ਸਾਡਾ ਬੜਾ ਹੀ ਅੰਧਾ ਵਾ, ਕੱਲਾ ਅੰਧਾ ਨਹੀਂ ਹੈ, ਨੀਚ ਇਹ ਬੜੀ ਭੈੜੀ ਚੀਜ਼ ਆ, ਬੜਾ ਨੀਚ ਆ, ਬੜਾ ਨੀਚ ਸੋਚਦਾ ਹੈ, ਬੜਾ ਭੈੜਾ ਕਰਦਾ ਹੈ, ਬੜੇ ਨੀਚ ਕਰਮ ਕਰਦਾ ਹੈ। ਇਹ ਨੀਚ ਕਰਮ ਮੇਰੇ ਹਾਂਜੀ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ, ਇਹ ਰੂਪ ਨਾ ਬੜੀ ਜਾਰੀ ਰੱਖਦਾ ਏ, ਧਨ ਨਾ ਬੜੀ ਜਾਰੀ ਰੱਖਦਾ ਏ, ਕੁਟੁੰਬ ਨਾ ਬੜੀ ਜਾਰੀ ਰੱਖਦਾ ਏ, ਦੁਨੀਆ ਨਾ ਬੜੀ ਜਾਰੀ ਰੱਖਦਾ ਏ। ਇਹ ਨੀਚ ਵਾ, ਅੰਧਲਾ ਨੀਚ। ਤੇ ਅਗਲੀ ਜਿਹੜੀ ਮਹਾਰਾਜ ਨੇ ਗੱਲ ਕੀਤੀ, ਜਾਤ ਪਰਦੇਸੀ, ਜਿੱਦਾਂ ਸਾਡੀਆਂ ਜਾਤਾਂ ਨੇ ਤੇ ਆਪੋ ਆਪਣੀ ਜਾਤਾਂ ਦੇ ਮੁਤਾਬਕ ਬੰਦਾ ਕੰਮ ਕਰਦਾ ਹੈ। ਲੁਹਾਰ, ਸੁਨਿਆਰ, ਹੋਰ ਜਿੰਨੀਆਂ ਵੀ ਜਾਤਾਂ ਨੇ, ਵੱਖੋ ਵੱਖਰੇ ਬੰਦੇ ਆਪੋ ਆਪਣੀ ਜਾਤ ਦਾ ਕੰਮ ਕਰਦੇ ਨੇ। ਤੇ ਮਰਕ ਦੇ ਮਨ ਦੀ ਕੀ ਜਾਤ ਵਾ, ਤੇ ਜਾਤ ਦੇ ਮੁਤਾਬਕ ਹੀ ਬੰਦਾ ਕੰਮ ਕਰਦਾ, ਤੇ ਜਾਤ ਦੇ ਮੁਤਾਬਕ ਹੀ ਆਪਣੇ ਇਲਾਕੇ 'ਚ ਰਹਿੰਦਾ ਹੈ। ਪਹਾੜੀਏ ਲੋਕ ਪਹਾੜਾਂ 'ਚ ਰਹਿੰਦੇ ਨੇ, ਹਾਂਜੀ। ਪਿੰਡ ਵਿੱਚ ਵੀ ਕਈ ਮਹੱਲੇ ਹੁੰਦੇ ਨੇ, ਵੱਖੋ ਵੱਖਰੀਆਂ ਜਾਤਾਂ ਦੇ ਮਹੱਲੇ ਹੁੰਦੇ ਨੇ, ਅਤੇ ਉਹਨਾਂ ਮਹੱਲਿਆਂ ਵਿੱਚ ਲੋਕ ਉਸੇ ਜਾਤ ਦੇ ਬੰਦੇ ਰਹਿੰਦੇ ਨੇ। ਮੈਂ ਉਦਾਹਰਨ ਦੇ ਰਿਹਾ ਇੱਕ। ਅਤੇ ਮਨ ਦੀ ਕਿਹੜੀ ਜਾਤ ਵਾ, ਜਾਤ ਪਰਦੇਸੀ। ਇਹਦਾ ਕੰਮ ਆ ਵੀ ਆਪਣੇ ਘਰ 'ਚ ਨਹੀਂ ਰਹਿਣਾ, ਇਹਦੀ ਜਾਤ ਵਾ, ਇਹ ਪਰਦੇਸ 'ਚ ਵੱਸਦਾ ਜਾ ਕੇ, ਘਰ 'ਚ ਨਹੀਂ ਰਹਿੰਦਾ। ਤਾਂ ਹੀ ਤਾਂ ਗੁਰੂ ਰਾਮਦਾਸ ਮਨ ਮੇਰੇ ਪਰਦੇਸੀ ਆਓ ਕਰੇ, ਮਨ ਮੇਰੇ ਵੇ ਪਰਦੇਸੀ ਆਓ ਕਰੇ। ਇਹਦੀ ਜਾਤ ਵਾ, ਇਹਦਾ ਸੁਭਾਅ ਚੁਣ ਚੁੱਕਿਆ। ਮਨ ਮੇਰੇ ਪਰਦੇਸੀ ਵੇ ਪਿਆਰੇ, ਮਨ ਮੇਰੇ ਪਰਦੇਸੀ ਵੇ ਪਿਆਰੇ ਆਓ ਘਰੇ। ਇਹ ਆਉਂਦਾ ਨਹੀਂ ਗਾ, ਕਿਉਂ ਨਹੀਂ ਆਉਂਦਾ? ਇਹਦੀ ਜਾਤ ਪਰਦੇਸ ਵਿੱਚ ਰਹਿਣਾ, ਇਹਦੀ ਜਾਤ ਆ ਸਰੀਰ ਤੋਂ ਬਾਹਰ ਰਹਿਣਾ, ਇਹਦੀ ਜਾਤ ਆ ਘਰ ਤੋਂ ਬਾਹਰ ਰਹਿਣਾ, ਇਹਦੀ ਜਾਤ ਆ ਗੁਰਦੁਆਰੇ ਵੀ ਆ ਗਿਆ ਤਾਂ ਵੀ ਗੁਰਦੁਆਰੇ ਤੋਂ ਬਾਹਰ ਰਹਿਣਾ ਵਾ, ਇਹਦੀ ਜਾਤ ਵਾ। ਅਤੇ ਜਾਤ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ? ਜਾਤ ਤਾਂ ਬਦਲ ਨਹੀਂ ਜਾ ਸਕਦੀ। 10ਵੇਂ ਪਾਤਸ਼ਾਹ ਨੇ ਆਖਿਆ ਸੀ ਕਿ ਮੈਂ ਚੌਹਾਂ ਵਰਨਾਂ ਚੌਹਾਂ ਜਾਤੀਆਂ ਨੂੰ ਇੱਕ ਕਰ ਦੇਣਾ, ਨਹੀਂ ਹੋਈਆਂ, ਹੋ ਹੀ ਨਹੀਂ ਸਕਦੀਆਂ। ਭਾਵੇਂ ਕੋਈ ਅੰਮ੍ਰਿਤ ਛਕ ਲੈਂਦਾ ਹੈ 10ਵੇਂ ਪਾਤਸ਼ਾਹ ਜੀ ਦਾ, ਇੱਕੇ ਬਾਟੇ ਨੂੰ ਮੂੰਹ ਹੀ ਭਾਵੇਂ 5 ਪਿਆਰੇ ਲਾ ਦਿੰਦੇ ਨੇ, ਪਰ ਜਾਤ ਤਾਂ ਬੰਦੇ ਦੀ ਉੱਥੇ ਦੀ ਉੱਥੇ ਰਹਿੰਦੀ ਆ। ਅਜੇ ਤੱਕ ਤਾਂ ਬਦਲ ਨਹੀਂ ਕਿਸੇ ਨੇ ਜਾਤ ਆਪਣੀ। ਅਤੇ ਜੇ ਸਰੀਰਕ ਤੌਰ 'ਤੇ ਜਿਹੜੀਆਂ ਸਾਨੂੰ ਮਨੁੱਖਤਾ ਦੀਆਂ ਵੰਡੀਆਂ ਪਾਈਆਂ ਗਈਆਂ, ਅਗਰ ਉਹੀ ਨਹੀਂ ਮਿਟ ਸਕੀਆਂ, ਅਤੇ ਮਨ ਦੀ ਤੇ ਜਾਤ ਹੀ ਪਰਦੇਸੀ ਆ। ਇਹਦਾ ਤਾਂ ਕੰਮ ਹੀ ਬਾਹਰ ਰਹਿਣਾ ਹੈ। ਗੁਰਦੁਆਰੇ ਵੀ ਆ ਗਿਆ, ਸਰੀਰ ਆ ਗਿਆ, ਮਨ ਨਹੀਂ ਆਏਗਾ। ਘਰ 'ਚ ਬੈਠਾ ਵੀ ਘਰ 'ਚ ਨਹੀਂ ਹੁੰਦਾ, ਕਮਰੇ 'ਚ ਬੈਠਾ ਬਾਹਰ ਬੈਠਾ ਹੁੰਦਾ ਹੈ, ਬਾਹਰ ਬੈਠਾ ਹੋਵੇ ਅਤੇ ਕਿਤੇ ਹੋਰ ਬੈਠਾ ਹੁੰਦਾ ਹੈ। ਇਹਦੀ ਜਾਤ ਵਾ, ਸੁਭਾਅ ਵਾ। ਸਾਹਿਬ ਕਹਿੰਦੇ ਅੰਧਲਾ ਜਾਤ ਪਰਦੇਸੀ, ਅੰਧਲਾ ਨੀਚ ਜਾਤ ਪਰਦੇਸੀ। ਇਹਦੀ ਜਾਤ ਵਾ।
ਤੇ ਆਪਣੇ ਜਾਤ ਦੇ ਮੁਤਾਬਕ ਹੀ ਬੰਦਾ ਕੰਮ ਕਰਦਾ ਸੋਭਾ ਦਿੰਦਾ ਹੈ। ਤੇ ਜਦੋਂ ਇਹਦੀ ਜਾਤ ਪਰਦੇਸੀ ਆ, ਜਿੱਦਾਂ ਪਰਦੇਸੀ ਬੰਦੇ ਆਉਂਦੇ ਨੇ, ਝੋਨਾ ਲਾਉਣ ਆਉਂਦੇ ਨੇ, ਝੋਨਾ ਲਾ ਕੇ ਤੁਰ ਜਾਂਦੇ ਨੇ। ਅੱਗੇ ਕਣਕ ਵੱਢਣ ਵੀ ਆਉਂਦੇ ਹੁੰਦੇ ਸੀ ਪਰਦੇਸੀ ਬੰਦੇ, ਕਣਕ ਵੱਢ ਕੇ ਤੁਰ ਜਾਂਦੇ ਨੇ। ਸੜਕਾਂ ਬਣਾਉਣ ਆਉਂਦੇ ਸੀ, ਰਾਜਸਥਾਨੀ ਸੜਕਾਂ ਬਣਾ ਕੇ ਤੁਰ ਜਾਂਦੇ ਸੀ ਕਿਉਂਕਿ ਪਰਦੇਸੀ ਨੇ। ਤੇ ਸਾਹਿਬ ਕਹਿੰਦੇ ਜਾਤ ਪਰਦੇਸੀ, ਤੇ ਜਦ ਮਨ ਦੀ ਜਾਤ ਪਰਦੇਸੀ ਆ ਤੇ ਕਰੇਗਾ ਕੀ ਏ? ਖਿਨ ਆਵੈ, ਮਿੰਟ 'ਚ ਹੀ ਆ ਜਾਂਦਾ। ਖਿਨ ਜਾਵੈ, ਉਹ ਭੱਜ ਜਾਂਦਾ, ਪਤਾ ਨਹੀਂ ਲੱਗਦਾ ਕਿਹੜੇ ਵੇਲੇ ਭੱਜ ਜਾਂਦਾ। ਪਾਠ ਕਰਦਿਆਂ ਕਰਦਿਆਂ ਪਤਾ ਨਹੀਂ ਕਿਹੜੇ ਪੈਸੇ ਗਿਣਨ ਲੱਗ ਪੈਂਦੇ, ਪਤਾ ਨਹੀਂ ਲੱਗਦਾ ਇਹਦਾ। ਕੀਰਤਨ ਸੁਣਦਿਆਂ ਸੁਣਦਿਆਂ ਪਤਾ ਨਹੀਂ ਕਿੱਥੇ ਜਾ ਕੇ ਲੜਨ ਲੱਗ ਪੈਂਦਾ ਕਿਸੇ ਵੈਰੀ ਦੇ ਨਾਲ। ਬੈਠਾ ਕੀਰਤਨ ਵਿੱਚ ਹੁੰਦਾ ਤੇ ਲੜਨ ਕਿਸੇ ਵੈਰੀ ਨਾਲ ਦਿਆ ਹੁੰਦਾ। ਉਹ ਜਿੱਦਾਂ ਕੋਈ ਪ੍ਰੇਮੀ ਸੀ ਤੇ ਉਹ ਬਾਬਾ ਜੀ ਕੋਲ ਜਾਂਦਾ ਸੀ ਤੇ ਉਹਨੇ ਆਖਣਾ, ਬਾਬਾ ਜੀ ਮੇਰੀ ਘਰ ਦੀ ਮੇਰੇ ਨਾਲ ਬੜਾ ਲੜਦੀ ਝਗੜਦੀ ਆ। ਉਹਨੇ ਕੋਈ ਨਹੀਂ ਭਾਈ, ਆਵਾਂਗੇ ਤੇ ਸਮਝਾ ਦਿਆਂਗੇ। ਉਹ ਜਦੋਂ ਮਹਾਂਪੁਰਖ ਉਹਦੇ ਘਰ ਗਏ ਤੇ ਉਹ ਅੰਦਰ ਬੈਠਾ ਸੀ ਧਿਆਨ ਕਰਨ ਦਿਆ, ਸਾਧਨਾ ਕਰਨ ਦਿਆ। ਤੇ ਜਦੋਂ ਮਹਾਂਪੁਰਖ ਗਏ ਤੇ ਘਰ ਦੀ ਨੂੰ ਪੁੱਛਦੇ ਵੀ ਕਿੱਥੇ ਸਾਡਾ ਪ੍ਰੇਮੀ? ਕਹਿਣ ਲੱਗੇ ਬਾਬਾ ਜੀ ਉਹ ਬਾਜ਼ਾਰ ਗਿਆ ਜੁੱਤੀ ਲੈਣ ਵਾਸਤੇ। ਜਦੋਂ ਉਹਦੀ ਘਰ ਦੀ ਨੇ ਕਿਹਾ ਬਾਬਾ ਜੀ ਉਹ ਬਾਜ਼ਾਰ ਗਏ ਨੇ ਜੁੱਤੀ ਲੈਣ ਵਾਸਤੇ, ਉਹਨੇ ਸੁਣ ਲਿਆ ਅੰਦਰ ਬੈਠੇ ਨੇ ਵੀ ਮੈਂ ਤਾਂ ਅੰਦਰ ਬੈਠਾ ਸਾਧਨਾ ਕਰਨ ਦਿਆਂ ਤੇ ਇਹ ਕਹਿੰਦੀ ਜੁੱਤੀ ਲੈ। ਇਹਨੇ ਝੂਠ ਮਾਰਤਾ ਮਹਾਂਪੁਰਖਾਂ ਨੂੰ। ਉੱਠ ਕੇ ਆ ਗਿਆ ਅੰਦਰੋਂ। ਕਹਿਣ ਲੱਗਾ ਵੇਖੋ ਮਹਾਂਪੁਰਖੋ, ਤੁਹਾਨੂੰ ਕਿਹਾ ਹੈ ਨਾ ਵੀ ਇਹ ਬਹੁਤ ਖਰਾਬ ਜਨਾਨੀ ਮੇਰੀ। ਮੈਂ ਅੰਦਰ ਬੈਠਾ ਤੇ ਤੁਹਾਨੂੰ ਵੀ ਝੂਠ ਮਾਰ ਦਿੱਤਾ ਵੀ ਉਹ ਬਾਜ਼ਾਰ ਗਿਆ ਵਾ ਜੁੱਤੀ ਲੈਣ। ਤੇ ਉਹ ਕਹਿੰਦੀ ਮੈਂ ਝੂਠ ਥੋੜ੍ਹਾ ਮਾਰਿਆ, ਤੂੰ ਜੁੱਤੀ ਲੈਣ ਗਿਆ ਤਾਂ ਹੀ ਮੈਂ ਕਿਹਾ ਬਾਜ਼ਾਰ ਤੂੰ ਗਿਆ। ਕਹਿਣ ਲੱਗਿਆ ਮੈਂ ਤਾਂ ਅੰਦਰ ਬੈਠਾ। ਕਹਿੰਦੀ ਤੂੰ ਬੈਠਾ ਹੀ ਅੰਦਰ ਹਾਂ ਪਰ ਹੈ ਨਹੀਂ ਨਾ ਇੱਥੇ, ਤੂੰ ਬਾਜ਼ਾਰ 'ਚ ਜੁੱਤੀ ਨਹੀਂ ਖਰੀਦਣ ਦਿਆ ਦੁਕਾਨ 'ਤੇ ਜਾ ਕੇ। ਅਤੇ ਉਹਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਵੀ ਇਹਨੂੰ ਕਿਵੇਂ ਪਤਾ ਲੱਗ ਗਿਆ ਵੀ ਮੈਂ ਇੱਥੇ ਬੈਠਾ ਵੀ ਬਾਜ਼ਾਰ 'ਚ ਕਿਸੇ ਨਾਲ ਜੁੱਤੀ ਦਾ ਰੇਟ ਕਰਨ ਦਿਆ ਹਾਂ। ਉਹ ਬਾਬਾ ਜੀ ਬੜੇ ਹੈਰਾਨ ਵੀ ਇਹਨੂੰ ਕਿਵੇਂ ਪਤਾ ਲੱਗ ਗਿਆ, ਏਡੀ ਦਿਵ ਦ੍ਰਿਸ਼ਟੀ ਇਹਦੇ ਕੋਲ ਕਿੱਥੋਂ ਆ ਗਈ ਆ। ਕਹਿਣ ਲੱਗੇ ਬੀਬਾ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਇਹ ਬਾਜ਼ਾਰ 'ਚ ਜੁੱਤੀ ਜਾ ਕੇ ਖਰੀਦਣ ਦਿਆ, ਇਹ ਦੁਕਾਨ 'ਤੇ ਰੇਟ ਕਰਨ ਦਿਆ ਜੁੱਤੀ ਦਾ। ਕਹਿਣ ਲੱਗੀ ਰਾਤੀ ਵੀ ਮੈਨੂੰ ਇਹਨੇ ਕਿਹਾ ਮੈਂ ਸਵੇਰੇ ਬਾਜ਼ਾਰ ਜਾਣਾ ਅਤੇ ਹੁਣ ਵੀ ਮੇਰੇ ਨਾਲ ਲੜ ਕੇ ਹਟਿਆ ਵੀ ਮੈਂ ਕਿਹਾ ਜੁੱਤੀ ਹੈਗੀ ਆ। ਇਹ ਕਹਿੰਦੇ ਨਹੀਂ ਮੈਂ ਨਵੀਂ ਲਿਆਉਣੀ ਆ। ਅਤੇ ਹੁਣ ਵੀ ਮੇਰੇ ਨਾਲ ਲੜ ਦਿਆ ਪਹਿਲੋਂ ਅਤੇ ਮੁੜ ਕੇ ਧਿਆਨ ਕਰਨ ਲੱਗ ਪਿਆ। ਅਤੇ ਮੈਨੂੰ ਪਤਾ ਵੀ ਧਿਆਨ ਇਹਦਾ ਹੁਣ ਜੁੱਤੀ 'ਚ ਹੀ ਰਹਿਣਾ ਵਾ। ਬਹਿ ਗਿਆ ਭਾਵੇਂ 100 ਵਾਰੀ ਬਹਿ ਜਿਆ ਅਤੇ ਇਸ ਨੂੰ ਸੁੱਖ ਨਾ ਉਪਜੇ, ਭਾਵੇਂ 100 ਗੇੜਾ ਆਓ ਜਾਓ। ਹਾਂਜੀ ਕਹਿੰਦੀ ਬਹਿ ਗਿਆ ਫੇਰ ਕੀ ਹੋਇਆ, ਅੰਦਰ ਤਾਂ ਜੁੱਤੀ ਚੱਲਣ ਦੀ ਵੀ ਜੁੱਤੀ ਖਰੀਦ ਕੇ ਲਿਆਉਣੀ। ਹਾਂਜੀ ਇਸ ਕਰਕੇ ਮਹਾਰਾਜ ਕਹਿੰਦੇ ਖਿਨ ਆਵੈ, ਇਹਦਾ ਪਤਾ ਨਹੀਂ ਕਿਹੜੇ ਵੇਲੇ ਆ ਜਾਣਾ, ਇਹਨੇ ਹਾਜ਼ਰ ਹੋ ਜਾਣਾ। ਖਿਨ ਜਾਵੈ, ਪਾਠ ਕਰਦਿਆਂ ਕੀਰਤਨ ਕਰਦਿਆਂ ਪਤਾ ਨਹੀਂ ਕਿਹਦੇ ਨਾਲ ਜਾ ਕੇ ਇਹਨੇ ਜਾਰੀ ਪਾ ਲੈਣੀ ਆ ਅਤੇ ਪਤਾ ਨਹੀਂ ਕਿਹਦੇ ਨਾਲ ਇਹਨੇ ਲੜਨ ਲੱਗ ਪੈਣਾ ਵਾ, ਪਤਾ ਹੀ ਨਹੀਂ ਹੈ। ਕਿਉਂ? ਜਾਤ ਪਰਦੇਸੀ, ਜਿਹਦੀ ਜਾਤ ਹੀ ਪਰਦੇਸੀ ਆ। ਜਿਹਦੀ ਜਾਤ ਪਰਦੇਸੀ, ਤੁਸੀਂ ਜਾਤ ਕਿਵੇਂ ਬਦਲ ਲਓਗੇ? ਬਦਲੀ ਨਹੀਂ ਜਾ ਸਕਦੀ। ਇੱਕ ਥਾਂ 'ਤੇ ਮਹਾਰਾਜ ਨੇ ਬਚਨ ਕੀਤਾ ਬਾਣੀ 'ਚ ਕਿ ਮਨ ਕੇ ਅਦਕ ਤਰੰਗ, ਸਮੁੰਦਰ ਵਿੱਚ ਜਿੰਨੀਆਂ ਤਰੰਗਾਂ ਉੱਠਦੀਆਂ ਨੇ, ਲਹਿਰਾਂ ਉੱਠਦੀਆਂ ਨੇ, ਉਦੋਂ ਵੱਧ ਮਨ ਦੇ ਵਿੱਚ ਤਰੰਗਾਂ ਪੈਦਾ ਹੁੰਦੀਆਂ 24 ਘੰਟੇ। ਸੁੱਤਿਆਂ ਵੀ ਤਰੰਗਾਂ ਪੈਦਾ ਹੁੰਦੀਆਂ ਜਾਂਦੀਆਂ ਨੇ ਮਨ ਦੇ ਵਿੱਚ। ਤਾਂ ਮਨ ਕੇ ਅਦਕ ਤਰੰਗ ਕਿਉਂ ਦਰ ਸਹਿਬ ਛੁੱਟੀਏ। ਅਤੇ ਜਿੰਨਾ ਚਿਰ ਮਨ ਦੇ ਅੰਦਰ ਤਰੰਗਾਂ ਨੇ, ਉਮੰਗਾਂ ਨੇ, ਆਵਾਜ਼ਾਂ ਨੇ, ਵਿਸਾਰਾਂ ਨੇ, ਅਤੇ ਦਰ ਸਾਹਿਬ ਦੇ ਦਰ 'ਤੇ ਕਿਵੇਂ ਛੁਟਕਾਰਾ ਹੋਊਗਾ? ਕਿੱਦਾਂ ਛੁੱਟਾਂਗੇ? ਮਨ ਦੇ ਵਿੱਚ ਇੰਨੇ ਫੁਰਨੇ ਨੇ, ਇੰਨੀਆਂ ਵਾਸ਼ਨਾਵਾਂ ਨੇ, ਇੰਨੀਆਂ ਭਾਵਨਾਵਾਂ ਨੇ, ਇੰਨੇ ਮੋਹ ਮਮਤਾਵਾਂ, ਅਤੇ ਇਹ ਸਾਹਿਬ ਦੇ ਦਰ 'ਤੇ ਕਿਵੇਂ ਜਾ ਕੇ ਛੁਟਕਾਰਾ ਹੋਊਗਾ? ਗੁਰੂ ਅਰਜਨ ਦੇਵ ਮਨ ਕੇ ਅਦਕ ਤਰੰਗ ਕਿਉਂ ਦਰ ਸਾਹਿਬ ਛੁੱਟੀਏ, ਕਿਸ ਤਰ੍ਹਾਂ ਛੁੱਟਾਂਗੇ?
ਜੇ ਰਾਚੇ ਸੱਚ ਰੰਗ। ਹਾਂ, ਛੁੱਟਣ ਦਾ ਤਰੀਕਾ ਦੱਸਿਆ ਫਿਰ ਮਹਾਰਾਜ ਨੇ। ਜੇ ਰਾਚੇ ਸੱਚ ਰੰਗ ਗੂੜੇ ਰੰਗ ਅਪਾਰ ਕੇ। ਇਸੇ ਮਨ ਤੇ ਜਿੱਦਣ ਗੂੜਾ ਰੰਗ ਰੱਬ ਦੇ ਨਾਮ ਦਾ ਚੜ੍ਹ ਗਿਆ ਨਾ, ਸਾਹਿਬ ਕਹਿੰਦੇ ਨਾਨਕ ਗੁਰ ਪ੍ਰਸਾਦੀ ਛੁੱਟੀਏ ਜੇ ਚਿੱਤ ਲਾਗੇ ਸੱਚ। ਜੈਸੋ ਆਂਡੋ ਹਿਰਦੇ ਮਾਏ। ਉਹ ਕੂੰਜ ਦਾ ਚਿੱਤ ਲੱਗਾ ਹੋਇਆ ਆਂਡਿਆਂ ਨਾਲ, ਉਸ ਕੂੰਜ ਦਾ ਚਿੱਤ ਲੱਗਾ ਹੋਇਆ ਬੱਚਿਆਂ ਨਾਲ। ਉਹ ਹਜ਼ਾਰਾਂ ਮੀਲਾਂ ਤੇ ਦਾਣਾ ਖਾਂਦੀ ਤੇ ਦਾਣੇ ਦੀ ਸ਼ਕਤੀ ਜਿਹੜੀ ਉਹ ਬੱਚਿਆਂ ਨੂੰ ਜਾਣਦੀ ਆ। ਉਹ ਬੱਚੇ ਪਲ ਰਹੇ ਨੇ। ਕਿਉਂ ਪਲ ਰਹੇ ਨੇ? ਉਹ ਸੁਰਤੀ ਜੁੜੀ ਹੋਈ ਆ। ਸਾਹਿਬ ਕਹਿੰਦੇ ਜਿੱਦਾਂ ਕੂੰਜਦੀ ਹੈ ਨਾ, ਸਿਮਰਨ ਕਰਦੇ ਕੂੰਜ ਵਾਂਗ। ਜਿੱਦਣ ਤੇਰਾ ਵੀ ਸਿਮਰਨ ਕੂੰਜ ਵਰਗਾ ਸਿਮਰਨ ਹੋਏਗਾ ਨਾ, ਤੂੰ ਪਰਿਵਾਰ 'ਚ ਬੈਠਾ ਹੋਵੇਂ, ਗੁਰੂ ਦੀ ਯਾਦ 'ਚ ਬੈਠਾ ਹੋਵੇਂਗਾ। ਜਿੱਦਣ ਤੂੰ ਬਾਜ਼ਾਰ 'ਚ ਬੈਠਾ ਹੋਇਆ ਵੀ ਭਗਤ ਰਵਿਦਾਸ ਵਾਂਗੂ ਜੁੱਤੀਆਂ ਗੰਢਦਿਆਂ ਹੋਇਆ ਵੀ, ਜਿੱਦਣ ਤੂੰ ਬਾਜ਼ਾਰ 'ਚ ਬੈਠਾ ਹੋਇਆ ਵੀ ਕਰਤਾਰ ਨਾਲ ਬੈਠਾ ਹੋਏਗਾ, ਉਦਣ ਗੱਲ ਬਣਨੀ ਹੈ। ਅਤੇ ਅਸੀਂ ਤਾਂ ਸੰਗਤ ਵਿੱਚ ਬੈਠੇ ਵੀ ਕਰਤਾਰ ਕੋਲ ਨਹੀਂ ਬੈਠੇ ਹੁੰਦੇ। ਅਸੀਂ ਤਾਂ ਗੁਰਦੁਆਰੇ ਬੈਠੇ ਹੋਏ ਰੱਬੀ ਯਾਦ ਵਿੱਚ ਨਹੀਂ ਬੈਠੇ ਹੁੰਦੇ। ਸੰਗਤ 'ਚ ਬੈਠੇ ਕੀਰਤਨ ਸੁਣਦੇ ਹੋਏ ਵੀ ਰੱਬੀ ਯਾਦ 'ਚ ਨਹੀਂ ਬੈਠੇ ਹੁੰਦੇ। ਕਹਿੰਦੇ ਗੱਲ ਉਦਣ ਬਣਨੀ ਸਿਮਰਨ ਕਰਦੇ ਕੂੰਜ ਵਾਂਗ। ਗੁਰੂ ਰਾਮਦਾਸ ਸੋਢੀ ਪਾਤਸ਼ਾਹ ਦਾ ਇੱਕ ਵਚਨ ਹੈ, ਮੈਂ ਉਹ ਗੱਲ ਵਿੱਚ ਰਹਿ ਨਾ ਜਾਵੇ। ਜਾਤ ਪਰਦੇਸੀ ਖਿਨ ਆਵੇ ਤਿਲ ਜਾਵੇ। ਪਤਾ ਨਹੀਂ ਕਿਹੜੇ ਵੇਲੇ ਤੁਰ ਜਾਂਦਾ ਹੈ, ਕਿਉਂ ਤੁਰ ਜਾਂਦਾ? ਇਹ ਪਰਦੇਸੀ ਆ, ਇਹਨੇ ਤੁਰਨਾ ਹੀ ਤੁਰਨਾ। ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਆਵਾਜ਼ ਮਾਰੋ ਪਰਦੇਸੀ ਨੂੰ। ਪਰਦੇਸੀ ਕਹਿਣਗੇ ਨਹੀਂ ਅਸੀਂ ਨਹੀਂ ਆਉਣਾ, ਅਸੀਂ ਪਰਦੇਸੀ ਲੋਕ ਵਾ। ਜਿੰਨੀਆਂ ਮਰਜ਼ੀ ਆਵਾਜ਼ਾਂ ਮਾਰੋ ਮਨ ਨੂੰ, ਇਹ ਪਰਦੇਸੀ ਆਉਂਦਾ ਹੀ ਨਹੀਂ ਗਾ। ਖਿਨ ਆਵੇ ਤਿਲ ਜਾਵੇ ਤਾਂ ਕੀ ਸੰਗਤ। ਤੇ ਮੇਰਾ ਇਹਦੇ ਨਾਲ ਸੰਗ ਵਾ। ਮੈਂ ਇਸ ਮਨ ਦੇ ਨਾਲ ਰਹਿੰਦਾ ਵਾਂ। ਜਦੋਂ ਮਨ ਉੱਡ ਜਾਂਦਾ ਮੈਂ ਵੀ ਉੱਡ ਜਾਂਦਾ ਹੈ, ਜਦੋਂ ਮਨ ਹਾਜ਼ਰ ਹੋ ਜਾਂਦਾ ਮੈਂ ਵੀ ਹਾਜ਼ਰ ਹੋ ਜਾਂਦਾ ਹੈ। ਜਿੱਦਾਂ ਸਾਹਿਬ ਦਾ ਇੱਕ ਵਾਕ ਆਉਂਦਾ ਹੈ ਕਿ ਗੁਰ ਸਭਾ ਏਵ ਨਾ ਪਾਈਏ, ਨਾ ਨੇੜੇ ਨਾ ਦੂਰ। ਤੁਸੀਂ ਗੁਰੂ ਕੋਲ ਬੈਠੇ ਹੋ, ਇਹ ਕੋਈ ਗੁਰੂ ਦੀ ਪ੍ਰਾਪਤੀ ਨਹੀਂ ਹੈ। ਅਤੇ ਤੁਸੀਂ ਗੁਰੂ ਕੋ ਦੂਰ ਚਲ ਗਏ ਹੋ ਤਾਂ ਇਹ ਕੋਈ ਗੁਰੂ ਦਾ ਵਿਛੋੜਾ ਨਹੀਂ ਹੈ। ਕੋਲ ਬੈਠਿਆਂ ਪ੍ਰਾਪਤੀ ਨਹੀਂ ਹੈ ਅਤੇ ਦੂਰ ਗਿਆ ਕੋਈ ਵਿਛੋੜਾ ਨਹੀਂ ਹੈ। ਹਾਂਜੀ, ਗੁਰ ਸਭਾ ਗੁਰੂ ਦਾ ਸੰਗ, ਗੁਰੂ ਦੀ ਸਭਾ ਏਮ ਨਾ ਪਾਈਏ। ਗੁਰੂ ਦਾ ਸੰਗ ਇਸ ਤਰ੍ਹਾਂ ਨਹੀਂ ਮਿਲਦਾ ਵੀ ਤੁਸੀਂ ਗੁਰੂ ਕੋਲ ਬੈਠੇ ਹੋਏ ਹੋ। ਪ੍ਰਿਥੀ ਚੰਦ ਵੀ ਤਾਂ ਗੁਰੂ ਕੋਲ ਬੈਠਾ ਹੋਇਆ ਸੀ, ਗੁਰੂ ਰਾਮਦਾਸ ਦੇ ਕੋਲ ਨਹੀਂ ਮਿਲਣ ਹੋਇਆ। ਗੁਰ ਸਭਾ ਏਵ ਨਾ ਪਾਈਏ, ਨਾ ਨੇੜੇ ਨਾ ਦੂਰ। ਤੇ ਨਾਨਕ ਸਤਿਗੁਰ ਤਾਂ ਮਿਲੇ, ਜਾਂ ਮਨ ਰਹੇ ਹਦੂਰ। ਜਿੰਨਾ ਚਿਰ ਮਨ ਨਹੀਂ ਹਾਜ਼ਰ ਹੁੰਦਾ, ਕਬੀਰ ਸਾਹਿਬ ਨੇ ਡੰਕੇ ਦੀ ਚੋਟ ਨਾ ਕਿਹਾ। ਕਬੀਰ ਜਾਂ ਕੀ ਦਿਲ ਸਾਬਤ ਨਹੀਂ, ਚਿੱਤ ਜੁੜਿਆ ਨਹੀਂ ਹੈ, ਟੁੱਕ ਦਮ ਕਰਾਰੀ ਨਹੀਂ ਹੋਇਆ ਚਿੱਤ। ਤੇ ਤਾਂ ਕੋ ਕਹਾਂ ਖੁਦਾਏ, ਕੋਈ ਖੁਦਾ ਨਹੀਂ ਹੈ ਧਰਤੀ ਉੱਤੇ। ਤੂੰ ਮੱਕੇ ਵੀ ਚਲ ਜਾ, ਤੂੰ ਹਰਿਦੁਆਰ ਵੀ ਚਲ ਜਾ, ਤੂੰ ਹੇਮਕੁੰਟ ਵੀ ਚਲ ਜਾ, ਤੂੰ ਜਿੱਥੇ ਮਰਜ਼ੀ ਚਲ ਜਾ, ਅਬਚਲ ਨਗਰ ਵੀ ਚਲ ਜਾ, ਜਿੱਥੇ ਮਰਜ਼ੀ ਚਲ ਜਾ ਤੂੰ। ਜਾਂ ਕੀ ਦਿਲ ਸਾਬਤ ਨਹੀਂ, ਚਿੱਤ ਇਕਾਗਰ ਨਹੀਂ ਹੋਇਆ ਰੱਬੀ ਨਾਮ ਨਾਲ, ਤੇ ਕੁਛ ਵੀ ਨਹੀਂ ਹੋਣਾ। ਜਿੱਥੇ ਮਰਜ਼ੀ ਜਾ ਕੇ ਟੱਕਰਾਂ ਮਾਰੀ ਆਓ। ਜਾਂ ਕੀ ਦਿਲ ਸਾਬਤ ਨਹੀਂ, ਤਾਂ ਕੋ ਕਹਾਂ ਖੁਦਾਏ। ਖੁਦਾ ਕਿੱਥੇ ਆ? ਕਿਤੇ ਵੀ ਨਹੀਂ ਆ। ਤੇ ਜਿੱਦਣ ਚਿੱਤ ਟੁੱਕ ਦਮ ਕਰਾਰੀ ਹੋ ਗਿਆ ਤੇ ਹਾਜ਼ਰ ਹਜ਼ੂਰ ਖੁਦਾਏ। ਖੁਦਾਏ ਤੋਂ ਬਿਨਾਂ ਹੈ ਵੀ ਕੁਛ ਨਹੀਂ ਹੈ। ਬਸ ਇੰਨਾ ਕਿਤੇ ਫਾਸਲਾ ਹੈ। ਕਿਸੇ ਨੇ ਬੜਾ ਕੀਮਤੀ ਬੋਲ ਲਿਖਿਆ ਸੀ, ਉਹ ਕਹਿੰਦਾ ਬੜਾ ਮੁਸ਼ਕਲ ਹੈ ਦੂਰ ਕਰਨਾ ਖੁਦ ਦੀ ਦੂਰੀ ਨੂੰ, ਨਿੱਜ ਦੀ ਦੂਰੀ ਨੂੰ। ਸਾਡੀ ਤੇ ਪਰਮਾਤਮਾ ਦੀ ਜਿਹੜੀ ਦੂਰੀ ਆ ਨਾ, ਇਹਨੂੰ ਬੜਾ ਮੁਸ਼ਕਿਲ ਆ ਦੂਰ ਕਰਨਾ। ਬੜਾ ਮੁਸ਼ਕਿਲ ਹੈ ਦੂਰ ਕਰਨਾ ਖੁਦ ਦੀ ਦੂਰੀ ਨੂੰ। ਬੜੀਆਂ ਬੜੀਆਂ ਦੂਰੀਆਂ ਨੇੜੇ ਲੈਣ ਦੀਆਂ ਸੀ। ਦੁਨੀਆ ਇੱਕ ਛੋਟੀ ਜਿਹੀ ਜਗ੍ਹਾ 'ਤੇ ਬੈਠੀ ਹੋਈ ਹੈ। ਇੱਕ ਕਮਰੇ 'ਚ ਬੈਠ ਕੇ ਤੁਸੀਂ ਸਾਰੀ ਦੁਨੀਆ ਦੇਖ ਸਕਦੇ ਹੋ। ਹਜ਼ਾਰਾਂ ਮੀਲਾਂ ਦੀਆਂ ਦੂਰੀਆਂ ਇਕੱਠੀਆਂ ਕਰ ਦਿੱਤੀਆਂ ਇੱਕ ਥਾਂ 'ਤੇ ਲੈਣ ਦੀਆਂ।
ਦੂਰ ਕਰ ਦਿੱਤੀਆਂ ਦੂਰੀਆਂ। ਇਸ ਵੇਲੇ ਸਾਰੀਆਂ ਦੂਰੀਆਂ ਦੂਰ ਨੇ। ਬੱਚਾ ਕੈਨੇਡਾ ਬੈਠਾ, ਉਹ ਵੀਡੀਓ ਕਾਲ ਕਰਦਾ, ਆਪਣੇ ਘਰ ਬੈਠਾ ਹੋਇਆ ਵਾ। ਬੜੀਆਂ ਦੂਰੀਆਂ ਦੂਰ ਹੋ ਗਈਆਂ ਨੇ, ਪਰ ਜਿਹੜੀ ਦੂਰੀ ਦੂਰ ਕਰਨੀ ਸੀ ਉਹ ਬੜੀ ਮੁਸ਼ਕਿਲ ਆ, ਤਾਂ ਉਹ ਕਿਸੇ ਨੇ ਦੂਰ ਕੀਤੀ ਨਹੀਂ ਹੈ। ਬੜਾ ਮੁਸ਼ਕਿਲ ਹੈ ਦੂਰ ਕਰਨਾ ਖੁਦ ਦੀ ਦੂਰੀ ਕੋ। ਇਹ ਤਾਂ ਕਬੀਰ ਸਾਹਿਬ ਨੇ ਦੂਰੀ ਦੂਰ ਕੀਤੀ ਆ। ਅਤੇ ਜਦੋਂ ਉਹਨਾਂ ਨੇ ਦੂਰੀ ਦੂਰ ਕੀਤੀ ਨਾ, ਅਤੇ ਆਖਿਆ ਹਾਜ਼ਰ ਹਜ਼ੂਰ ਖੁਦਾਏ, ਹੈ ਹਜ਼ੂਰ, ਉਹ ਤਾਂ ਮੇਰੇ ਕੋਲ ਹੀ ਆ, ਮੇਰੇ ਸਾਹਮਣੇ ਹੀ ਆ। ਹੈ ਹਜ਼ੂਰ ਕਤ ਦੂਰ ਬਤਾਓ, ਤੁਸੀਂ ਕਿਹੜੇ ਮੱਕੇ ਅਤੇ ਕਿਹੜੇ ਅਬਚਲ ਨਗਰ ਅਤੇ ਕਿੱਧਰ ਨੂੰ ਤੁਸੀਂ ਬਤਾਉਂਦੇ ਹੋ ਲੋਕਾਂ ਨੂੰ। ਦੱਖਣ ਦੇਸ ਹਰੀਕਾ ਵਾਸਾ ਪੱਛਮ ਅੱਲੋ ਮਕਾਮਾ, ਕਿਹੜੀਆਂ ਗੱਲਾਂ ਤੁਸੀਂ ਧਰਮ ਦੇ ਅੰਦਰ ਕਰਦੇ ਹੋ। ਕਿਹੜੇ ਪਾਸੇ ਤੁਹਾਂ ਲੋਕਾਂ ਨੂੰ ਤੋਰਿਆ ਹੋਇਆ ਜੇ। ਹਾਂਜੀ, ਮੈਂ ਤਾਂ ਕਹਿੰਦਾ ਜੇ ਅੱਜ ਕਬੀਰ ਸਾਹਿਬ ਵਰਗੇ ਇਸ ਧਰਤੀ 'ਤੇ ਬੈਠੇ ਹੁੰਦੇ ਵਿਅਕਤੀ, ਅਤੇ ਸਾਡਿਆਂ ਨੇ ਜਾ ਕੇ ਕੁੱਟਣਾ ਸੀ। ਸਾਡਿਆਂ ਨੇ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਨੇ ਕਬੀਰ ਨੂੰ ਕੁੱਟਣਾ ਸੀ। ਤੂੰ ਸਾਡੇ ਧਾਰਮਿਕ ਚਿੰਨ੍ਹਾਂ ਉੱਤੇ ਕਿੰਤੂ ਪਰੰਤੂ ਕਰਦਾ ਹੈ, ਸਾਡੀਆਂ ਕਿਰਪਾਨਾਂ ਅਤੇ ਪੱਗਾਂ ਉੱਤੇ ਕਿੰਤੂ ਪਰੰਤੂ ਕਰਦਾ ਹੈ, ਅਸੀਂ ਤੈਨੂੰ ਕੁੱਟਾਂਗੇ। ਸਾਡਿਆਂ ਨੇ ਕੁੱਟਣਾ ਸੀ, ਗੈਰਾਂ ਨੇ ਨਹੀਂ ਸੀ ਕੁੱਟਣਾ। ਉਹ ਕਹਿੰਦੇ ਹੈ ਹਜ਼ੂਰ ਕਤ ਦੂਰ ਬਤਾਵੋ, ਤੁਸੀਂ ਰੱਬ ਦਾ ਰਾਹ ਕਿਹੜਾ ਬਤਾਉਂਦੇ ਹੋ, ਕਿੱਥੇ ਦੱਸਦੇ ਹੋ ਰੱਬ ਨੂੰ ਤੁਸੀਂ। ਦੁੰਦਰ ਬਾਂਧੋ ਸੁੰਦਰ ਪਾਵੋ, ਦੁੰਦਰ ਬਾਂਧੋ ਸੁੰਦਰ ਪਾਵੋ, ਖਿਨ ਆਵੇ ਤਿਲ ਜਾਵੇ ਤਾਂ ਕਿ ਸੰਗਤ। ਮੇਰਾ ਉਸ, ਦੇਖੋ ਜਿਸ ਬੰਦੇ ਨਾਲ ਤੁਸੀਂ ਸੰਗ ਕਰੋਗੇ ਉਹਦੇ ਨਾਲ ਵੀ ਤਾਂ ਤੁਹਾਨੂੰ ਜਾਣਾ ਹੀ ਪੈਂਦਾ ਹੈ। ਤੁਹਾਡਾ ਕੋਈ ਸੱਜਣ ਬੇਲੀ ਆ, ਤੁਹਾਡਾ ਸੰਗੀ ਆ, ਤੁਸੀਂ ਉਹਦੇ ਨਾਲ ਜਾਂਦੇ ਨਹੀਂ ਜੇ। ਕੋਈ ਦੁੱਖ ਸੁੱਖ ਦੇ ਮੌਕੇ 'ਤੇ ਉਹਨੂੰ ਕੋਈ ਬਿਪਤਾ ਪੈ ਜੇ, ਉਹ ਤੁਹਾਨੂੰ ਸੱਦੇ ਤਾਂ ਜਾਂਦੇ ਨਹੀਂ ਜੇ ਤੁਸੀਂ। ਸੰਗੀਆਂ ਨਾਲ ਜਾਣਾ ਹੀ ਪੈਂਦਾ। ਅਤੇ ਮਨ ਦੇ ਅਸੀਂ ਸੰਗੀ ਹਾਂ, ਜਦੋਂ ਮਨ ਜਾਂਦਾ ਤਾਂ ਸਾਡੀ ਸੁਰਤ ਜਾਂਦੀ ਨਹੀਂ ਆ, ਉੱਥੇ ਜਾਂਦੀ ਆ। ਤਾਂ ਕਿ ਸੰਗਤ, ਮੈਂ ਉਸ ਨਾਲ ਰਹਿੰਦਾ ਹੈ। ਕਿਸ ਨਾਲ ਰਹਿੰਦੇ ਜੇ ਤੁਸੀਂ, ਜਿਹਦੀ ਜਾਤ ਪਰਦੇਸੀ ਆ, ਉਹ ਕੌਣ ਹੈ, ਉਹ ਮਨ ਵਾ। ਵੇਖੋ ਜਿਗਰ ਨਹੀਂ ਆਇਆ। ਅੰਧਲਾ ਨੀਚ ਜਾਤ ਪਰਦੇਸੀ, ਖਿਨ ਆਵੇ ਤਿਲ ਜਾਵੇ ਤਾਂ ਕਿ ਸੰਗਤ ਨਾਨਕ ਰਹਿੰਦਾ, ਕਿਉਂ ਕਰ ਮੂੜਾ ਪਾਵੇ। ਹੁਣ ਇਹਦੇ 'ਚ ਜਿਗਰ ਨਹੀਂ ਕੀਤਾ ਕਿਸ ਨੂੰ ਕਿਹਾ ਗਿਆ ਵਾ, ਕਿਸ ਦੀ ਜਾਤ ਪਰਦੇਸੀ ਆ, ਇਹ ਨਹੀਂ ਦੱਸਿਆ। ਕੌਣ ਅੰਧਲਾ ਵਾ, ਇਹ ਵੀ ਨਹੀਂ ਦੱਸਿਆ ਗਿਆ। ਕੌਣ ਨੀਚ ਵਾ, ਇਹ ਵੀ ਨਹੀਂ ਦੱਸਿਆ ਗਿਆ। ਕੌਣ ਆਉਂਦਾ ਕੌਣ ਜਾਂਦਾ, ਇਹ ਵੀ ਨਹੀਂ ਦੱਸਿਆ ਗਿਆ। ਕਿਸ ਦੀ ਸੰਗਤ ਰਹਿੰਦੇ ਹੋ, ਇਹ ਵੀ ਨਹੀਂ ਦੱਸਿਆ ਗਿਆ। ਇਹ ਹੁਣ ਆਪ ਸਮਝਣਾ ਪੈਣਾ। ਖਿਨ ਆਵੇ ਤਿਲ ਜਾਵੇ, ਅਤੇ ਕੌਣ ਖਿਨ ਆਉਂਦਾ ਅਤੇ ਕੌਣ ਜਾਂਦਾ ਹੈ, ਮਨ ਜਾਂਦਾ ਹੈ। ਕੌਣ ਪਰਦੇਸੀ ਆ, ਮਨ ਪਰਦੇਸੀ ਆ। ਇਹਨੂੰ ਕਹਿੰਦੇ ਨੇ ਕਥਾ ਕਰਨੀ। ਪੜ੍ਹ ਲੈਣਾ ਕੁਝ ਹੋਰ ਵਾ। ਅੰਧਲਾ ਨੀਚ ਜਾਤ ਪਰਦੇਸੀ, ਖਿਨ ਆਵੇ ਤਿਲ ਜਾਵੇ ਤਾਂ ਕਿ ਸੰਗਤ ਨਾਨਕ ਰਹਿੰਦਾ, ਕਿਉਂ ਕਰ ਮੂੜਾਂ ਪਾਵੇ। ਇਹ ਪੜ੍ਹ ਲਿਆ। ਹੁਣ ਕੌਣ ਪਰਦੇਸੀ ਆ, ਮਨ ਪਰਦੇਸੀ ਆ। ਕੌਣ ਅੰਧਲਾ ਵਾ, ਮਨ ਅੰਧਲਾ ਵਾ। ਕੌਣ ਨੀਚ ਵਾ, ਮਨ ਨੀਚ ਵਾ। ਖਿਨ ਆਵੇ, ਕੌਣ ਆਉਂਦਾ ਖਿਨ ਵਿੱਚ, ਮਨ ਹਾਜ਼ਰ ਹੋ ਜਾਂਦਾ ਹੈ। ਤਿਲ ਜਾਵੇ, ਫਿਰ ਭੱਜ ਜਾਂਦਾ ਹੈ। ਕੌਣ ਭੱਜ ਜਾਂਦਾ ਹੈ, ਮਨ ਭੱਜ ਜਾਂਦਾ ਹੈ। ਤਾਂ ਕਿ ਸੰਗਤ, ਮੈਂ ਵੀ ਉਹਦਾ ਸੰਗੀ ਬਣਿਆ ਹੋਇਆ ਵਾਂ। ਕਿਸ ਦਾ, ਜਿਹੜਾ ਜਿਹਦੀ ਜਾਤ ਪਰਦੇਸੀ ਆ। ਹਾਲਾਂਕਿ ਪਰਦੇਸੀਆਂ ਨਾਲ ਯਾਰੀ ਨਹੀਂ ਲਾਉਣੀ ਚਾਹੀਦੀ। ਪਰਦੇਸੀ ਵਿਛੋੜਾ ਦੇ ਜਾਂਦੇ ਨੇ, ਫਿਰ ਦੁੱਖ ਹੁੰਦਾ ਹੈ। ਹਾਂਜੀ, ਅਤੇ ਅਸੀਂ ਯਾਰੀ ਇਸ ਪਰਦੇਸੀ ਨਾਲ ਲਾਈ ਹੋਈ ਹੈ। ਤਾਂ ਕਿ ਸੰਗਤ ਨਾਨਕ ਰਹਿੰਦਾ, ਕਿਉਂ ਕਰ, ਅਤੇ ਫਿਰ ਕਿਸ ਤਰ੍ਹਾਂ, ਕਿਉਂ ਕਰ ਕਿਸ ਤਰ੍ਹਾਂ। ਕਿਉਂ ਕਰ ਮੂੜਾ ਪਾਵੇ, ਅਤੇ ਤੂੰ ਰੱਬੀ ਪਿਆਰ ਨੂੰ ਕਿਵੇਂ ਮੂਰਖਾ ਪਾਵੇਂਗਾ। ਕਿਉਂ ਕਰ ਮੂੜਾ ਪਾਵੇ, ਅਤੇ ਤੂੰ ਰੱਬੀ ਪਿਆਰ ਨੂੰ ਕਿਵੇਂ ਪਾ ਲੇਗਾ। ਤੂੰ ਕੂੰਜ ਵਾਲਾ ਸਿਮਰਨ ਕਿਵੇਂ ਕਰ ਲੇਗਾ। ਤੇਰੀ ਕੀ ਅਵਸਥਾ ਕਿਵੇਂ ਬਣ ਜਾਊਗੀ। ਜੈਸੋ ਆਂਡੋ ਹਿਰਦੇ ਮਾਹੇ। ਤੂੰ ਤਾਂ ਨਹੀਂ ਨਾ ਇਹ ਗੱਲ ਕਹਿ ਸਕਦਾ
ਕਿ ਮੇਰਾ ਪਿਆਰ ਇਸ ਤਰ੍ਹਾਂ ਵਾ ਜਿਸ ਤਰ੍ਹਾਂ ਕੂੰਜਦਾ ਵਾ। ਨਹੀਂ ਨਹੀਂ ਨਹੀਂ, ਸਾਹਿਬ ਕਿਰਪਾ ਕਰਨ, ਲੰਮੀ ਵਿਚਾਰਨਾ ਕਿਤੇ ਹੋ ਜੇ। ਗੁਰੂ ਰਾਮਦਾਸ ਸੋਢੀ ਪਾਤਸ਼ਾਹ ਨੇ ਇਹਦੇ ਉੱਤੇ ਇੱਕ ਗੱਲ ਕਹੀ ਹੋਈ, ਮੈਂ ਕਹਿ ਕੇ ਸਮਾਪਤੀ ਕਰਾਂ ਫਿਰ। ਉਹਨਾਂ ਨੇ ਉਦਾਹਰਨ ਦਿੱਤੀ ਗੌੜੀ ਰਾਗ ਦੇ ਅੰਦਰ, ਜੈਸੇ ਗਗਨ ਫਿਰੰਤੀ ਉਡਤੀ, ਜੈਸੇ ਗਗਨ ਆਕਾਸ਼ ਫਿਰੰਤੀ ਉਡਤੀ, ਕੱਪੜੇ ਬਾਗੇ ਵਾਲੀ, ਚਿੱਟੇ ਕੱਪੜਿਆਂ ਵਾਲੀ ਇੱਕ ਗਗਨ ਵਿੱਚ ਉੱਡ ਰਹੀ ਹੈ ਕੂੰਜ। ਉਹ ਰਾਖੇ ਚੀਤ ਪਿੱਛੇ ਵਿੱਚ ਬਚਰੇ, ਬੜੀ ਉੱਚੀ ਉੱਡ ਰਹੀ ਹੈ, ਪਰ ਚਿੱਤ ਕਿੱਥੇ ਆ ਉਹਦਾ? ਚਿੱਤ ਉੱਚਾ ਨਹੀਂ ਹੈ। ਜਿਸ ਤਰ੍ਹਾਂ ਕਿਹਾ ਨਾ, ਫਿਰਦੀ ਫਿਰਦੀ ਦਹਿ ਦਸਾਂ ਜਲ ਪਰਬਤ ਬਨਰਾਏ, ਜਿੱਥੇ ਡਿੱਠਾ ਮਿਰਤ ਕੋ ਇੱਲ ਬੈਠੀ ਆਏ। ਇੱਲ ਦੀ ਉਡਾਰੀ ਵੀ ਬੜੀ ਉੱਚੀ ਮੰਨੀ ਹੈ, ਪਰ ਉਹਦੀ ਜਿਹੜੀ ਹੈਗੀ ਆ ਆਪਣੀ ਜਿਹੜੀ ਨਿਗਾਹ ਵਾ ਨਾ, ਉਹ ਬੜੀ ਥੱਲੇ ਆ। ਉਹਦੀਆਂ ਅੱਖਾਂ ਦੇ ਵਿੱਚ ਇਹੋ ਜਿਹਾ ਲੈਂਜ ਰੱਬ ਨੇ ਰੱਖਿਆ ਵੀ ਉਹ ਉੱਡਦੀ ਬੜੀ ਉੱਚੀ ਆ, ਪਰ ਉਹਨੂੰ ਧਰਤੀ ਉੱਤੇ ਤੁਰਦੀ ਕੀੜੀ ਵੀ ਦਿਖਦੀ ਹੈ, ਕਿਉਂਕਿ ਉਹਦਾ ਮੁਰਦਾਰ ਜਿਹੜਾ ਉਹਨੇ ਖਾਣਾ ਧਰਤੀ ਤੋਂ ਖਾਣਾ ਹੈ। ਉੱਡਦੀ ਉੱਡਦੀ ਦਹਿ ਦਸਾਂ ਜਲ ਪਰਬਤ ਬਨ ਰਾਏ, ਜਿੱਥੇ ਡਿੱਠਾ ਮਿਰਤ ਕੋ ਇੱਲ ਬੈਠੀ ਆਏ। ਅਤੇ ਇੱਲਾਂ ਹੁਣ ਇਹਨਾਂ ਦੀ ਜਾਤੀ ਮੁੱਕ ਗਈ ਹੈ, ਧਰਤੀ ਤੋਂ ਮੁੱਕ ਗਈ ਹੈ। ਪਤਾ ਨਹੀਂ ਕੀ ਕਾਰਨ ਹੋਇਆ, ਨਹੀਂ ਤਾਂ ਹੱਡੇ ਰੋੜਿਆਂ 'ਚ ਮਾਸ ਰਹਿਣ ਨਹੀਂ ਦਿੰਦੀਆਂ ਆਉਂਦੀਆਂ। ਸਾਹਿਬ ਕਹਿੰਦੇ ਜੈਸੇ ਗਗਨ ਫਿਰੰਤੀ ਉਡਤੀ, ਕੱਪੜੇ ਬਾਗੇ ਵਾਲੀ, ਉਹ ਰਾਖੇ ਚੀਤ ਪਿੱਛੇ ਵਿੱਚ ਬਚਰੇ। ਬੜੀ ਉੱਚੀ ਆ, ਪਰ ਉਹਦੀ ਜਿਹੜੀ ਚਿੱਤ ਸ਼ਕਤੀ ਹੈ, ਚੇਤਾ ਸ਼ਕਤੀ, ਉਹ ਆਪਣੇ ਬੱਚਿਆਂ ਨਾਲ ਲੱਗੀ ਹੋਈ ਹੈ। ਨਿਤ ਹਿਰਦੇ ਸਾਰ ਸੰਭਾਲੀ, ਬਸ ਆਪਣੇ ਹਿਰਦੇ ਵਿੱਚੋਂ ਨਹੀਂ ਉਹ ਵਿਸਰਨ ਦਿੰਦੀ। ਇਸੇ ਤਰ੍ਹਾਂ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਅੱਗੇ ਕਹਿੰਦੇ ਨੇ ਕਿ ਤਿਉ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ, ਜਿਸ ਤਰ੍ਹਾਂ ਬੱਚੇ ਨਾਲ ਕੂੰਜ ਦੀ ਪ੍ਰੀਤ ਵਾ ਨਾ, ਇਸੇ ਤਰ੍ਹਾਂ ਹੀ ਸਿੱਖ ਦੀ ਪ੍ਰੀਤ ਗੁਰੂ ਨਾਲ ਹੋਣੀ ਚਾਹੀਦੀ ਹੈ। ਸਤਿਗੁਰ ਪ੍ਰੀਤ ਗੁਰਸਿੱਖ ਮੁਖ ਪਾਏ। ਸਤਿਗੁਰ ਮੇਰੇ ਪ੍ਰਾਣ, ਸਤਿਗੁਰ ਮੇਰੀ ਰਾਸ, ਸਭ ਕੁਛ ਸਿੱਖ ਦਾ ਗੁਰੂ ਹੀ ਸਭ ਕੁਛ ਹੋਵੇ। ਤਿਉ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ, ਗੁਰਸ ਰੱਖੇ ਜੀ ਨਾਲ ਲਈ। ਬਸ ਜਿਸ ਤਰ੍ਹਾਂ ਕੂੰਜ ਪਿਆਰ ਕਰਦੀ ਹੈ ਨਾ, ਜੈਸੇ ਆਂਡੋ ਹਿਰਦੇ ਮਾਏ ਹਨ, ਇੱਦਾਂ ਦਾ ਯਾਦ ਹੋਵੇ ਸਿੱਖ ਦੇ ਅੰਦਰ, ਇੰਨੀ ਯਾਦ ਹੋਵੇ। ਜਿੱਦਾਂ ਭਗਤ ਨਾਮ ਦੇ ਕਹਿੰਦੇ ਨੇ ਕਿ ਮਨ ਰਾਮ ਨਾਮਾ ਬੇਦੀ ਅਲੇ, ਮੇਰਾ ਮਨ ਜਿਹੜਾ ਨਾ ਵਿੱਝ ਗਿਆ। ਇਹ ਆਪਣੀ ਜਾਤ ਇਹਨੇ ਬਦਲ ਦਿੱਤੀ ਹੈ ਹੁਣ, ਹਾਲਾਂਕਿ ਬਦਲਦਾ ਨਹੀਂ ਗਾ ਜਾਤ, ਇਹ ਬੜਾ ਭੈੜਾ ਹੈ। ਇਹ ਆਪਣੀ ਜਾਤ ਨਾਲ ਤਾਂ ਸਾਨੂੰ ਮਿਲਾ ਲਏਗਾ, ਇਹ ਆਪਣੀ ਜਾਤ ਨਹੀਂ ਬਦਲਣ ਵਾਲਾ, ਇਹ ਬੜਾ ਭੈੜਾ ਹੈ। ਨਾ ਨਾ ਨਾ, ਖਿੰਦ ਆਵੇ ਤਿੰਨ ਜਾਵੇ। ਪਰ ਭਗਤ ਨਾਮਦੇਵ ਜੀ ਕਹਿੰਦੇ ਮੇਰੇ 'ਤੇ ਗੁਰੂ ਨੇ ਕਿਰਪਾ ਕੀਤੀ। ਗੁਰੂ ਕੋਈ ਸ਼ਕਤੀ ਹੁੰਦੀ, ਉਹ ਇੱਕੇ ਬਾਟੇ ਨਾਲ ਮੂੰਹ ਲਾ ਕੇ ਜਾਤਾਂ ਮਿਟਾ ਦਿੰਦਾ ਵਾ। ਅਤੇ ਮਨ ਦੀ ਜਾਤ ਵੀ, ਮੇਟੀ ਜਾਤ ਹੋਏ ਦਰਬਾਰ। ਕਬੀਰ ਸਾਹਿਬ ਕਹਿੰਦੇ ਇਹਦੀ ਜਾਤ ਸੀ ਪਰਦੇਸੀ, ਇਹਨੇ ਜਾਤ ਆਪਣੀ ਛੱਡੀ ਅਤੇ ਮੈਂ ਰੱਬ ਦੇ ਦਰ 'ਤੇ ਪਹੁੰਚ ਗਿਆ। ਜਿੰਨਾ ਚਿਰ ਇਹ ਜਾਤ ਨਹੀਂ ਨਾ ਛੱਡਦਾ, ਹੁਣ ਇੰਡੀਆ ਦਾ ਬੰਦਾ ਅਮਰੀਕਾ ਥੋੜ੍ਹਾ ਜਾ ਸਕਦਾ ਹੈ, ਉਹਨੂੰ ਉੱਥੋਂ ਵੀਜ਼ਾ ਮਿਲੇਗਾ ਅਤੇ ਫਿਰ ਜਾਏਗਾ, ਉੱਧਰ ਦਾ ਇੱਧਰ ਨਹੀਂ ਆ ਸਕਦਾ। ਇਹ ਪਰਦੇਸੀ ਆ, ਗੁਰੂ ਦੇਸੀ ਆ। ਇਹ ਪ੍ਰਦੇਸ਼ 'ਚ ਰਹਿੰਦਾ, ਗੁਰੂ ਆਪਣੇ ਦੇਸ਼ 'ਚ ਰਹਿੰਦਾ, ਇਸ ਕਰਕੇ ਮਿਲਣ ਨਹੀਂ ਹੁੰਦਾ। ਭਗਤ ਨਾਮਦੇਵ ਜੀ ਕਹਿੰਦੇ ਨੇ ਆਪਣਾ ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਣਕ ਕਲਾ ਚਿਤ ਮਾਂਡੀ ਅਲੇ। ਐਂ ਵਿਝਿਆ ਹੋਇਆ ਵਾ ਜਿਸ ਤਰ੍ਹਾਂ ਸੁਨਿਆਰਾ ਸੋਨਾ ਹਿਰਤ ਘੜੇ ਸੋਨਾ ਘਾੜ ਤੇ ਹਿਰੇ ਸੁਨਿਆਰਾ। ਬਸ ਇਸ ਤਰ੍ਹਾਂ ਚਿੱਤ ਵਿਝਿਆ ਹੋਇਆ ਵਾ, ਜਿਸ ਤਰ੍ਹਾਂ ਇੱਕ ਕੂੰਜ ਦਾ ਵਿਝਿਆ ਹੋਇਆ ਵਾ ਨਾ। ਭਗਤ ਨਾਮਦੇਵ ਕਹਿੰਦੇ ਮੇਰਾ ਵੀ ਰੱਬ ਦੇ ਚਰਨਾਂ ਨਾਲ ਇਉਂ ਚਿੱਤ ਲੱਗਾ ਹੋਇਆ ਵਾ। ਇਸ ਕਰਕੇ ਸਾਹਿਬ ਕਹਿੰਦੇ ਜਿੱਦਣ ਇਸ ਤਰ੍ਹਾਂ ਦਾ ਚਿੱਤ ਲੱਗ ਗਿਆ ਨਾ, ਅਤੇ ਐਸੋ ਸਹਾਈ ਹਰ ਕੋ ਨਾਮ, ਉਸ ਦਿਨ ਇਸ ਨਾਮ ਨੇ ਤੇਰੀ ਸਹਾਇਤਾ ਕਰਨੀ, ਉਸ ਤੋਂ ਪਹਿਲਾਂ ਨਹੀਂ ਹੈ।
ਕਿਉਂਕਿ ਤੇਰਾ ਚਿੱਤ ਨਹੀਂ ਮੰਨਣ ਦਿਆ, ਤੂੰ ਹੈ ਹੀ ਪਰਦੇਸੀ ਆ। ਹਾਂਜੀ।